ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਪੂਰੇ ਮੁਲਕ ਦੇ ਵਿੱਚ ਜਿਹੜੀ ਚੀਜ਼ ਦਾ ਚਰਚਾ ਹੈ ਜਾਂ ਦੁਨੀਆ ਦੇ ਵਿੱਚ ਜਿਹੜਾ ਚਰਚਾ ਹੈ ਉਹ ਕਰੋਨਾ ਵਾਇਰਸ ਦੇ ਫੈਲ ਰਹੇ ਕੇਸ ਨੇ ਔਰ ਜਿਹੜਾ ਸਿਹਤ ਸੇਵਾਵਾਂ ਨੇ ਉਹਨਾਂ ਦਾ ਹਿੱਲ ਗਿਆ ਇੰਜਰ ਪਿੰਜਰ ਹੈ। ਸਿਹਤ ਸੇਵਾਵਾਂ ਇਹ ਨਹੀਂ ਹੈ ਕਿ ਪਹਿਲੀ ਵਾਰੀ ਇਹ ਹਿੱਲੀਆਂ ਨੇ। ਅਸਲ ਦੇ ਵਿੱਚ ਹਿੱਲਦਾ ਤਾਂ ਉਹ ਚੀਜ਼ ਹੁੰਦੀ ਹੈ ਜਿੱਥੇ ਢਾਂਚਾ ਹੋਵੇ। ਜਿੱਥੇ ਢਾਂਚਾ ਹੋਵੇ ਨਾ ਉੱਥੇ ਹਿੱਲ ਜਾਣਾ ਵੀ ਕਹਿਣਾ ਵੈਸੇ ਉਹ ਸਹੀ ਨਹੀਂ ਹੋਊਗਾ। ਜਦੋਂ ਪਿਛਲੇ ਸਾਲ ਕਰੋਨਾ ਵਾਇਰਸ ਇਹਨਾਂ ਹੀ ਦਿਨਾਂ ਦੇ ਵਿੱਚ ਆਇਆ ਸੀਗਾ, ਮਾਰਚ ਮਹੀਨੇ ਦੇ ਵਿੱਚ, ਉਸ ਵੇਲੇ ਇਹ ਆਖਿਆ ਗਿਆ ਸੀਗਾ ਕਿ ਅਜਿਹੀ ਮਹਾਮਾਰੀ ਦੇ ਵਾਸਤੇ ਮੁਲਕ ਤਿਆਰ ਨਹੀਂ ਸੀਗਾ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਆਈਆਂ ਔਰ ਜਿਹੜਾ ਅਰਥਚਾਰਾ ਸੀ ਉਹ ਬਿਲਕੁਲ ਡੋਲ ਗਿਆ। ਹਸਪਤਾਲਾਂ ਦੇ ਬਾਹਰ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਹਸਪਤਾਲਾਂ ਦੇ ਵਿੱਚ ਥਾਂ ਨਾ ਮਿਲੇ। ਫਿਰ ਜਦੋਂ ਕਰੋਨਾ ਵਾਇਰਸ ਜਿਹੜਾ ਸੀ ਉਹ ਹੋਰ ਵੱਧ ਗਿਆ ਤੇ ਫਿਰ ਟੈਂਪਰੇਰੀ ਹਸਪੀਟਲ ਜਿਹੜੇ ਉਹ ਸਥਾਪਿਤ ਕੀਤੇ ਗਏ ਮੁਲਕ ਭਰ ਦੇ ਵਿੱਚ। ਆਪਾਂ ਕੁਝ ਮੁਲਕ ਦੀ ਵੀ ਗੱਲ ਕਰਦੇ ਹਾਂ ਤੇ ਕੁਝ ਆਪਣੇ ਸੂਬੇ ਪੰਜਾਬ ਦੀ ਵੀ ਗੱਲ ਕਰਦੇ ਹਾਂ। ਮੁਲਕ ਦੇ ਵਿੱਚ ਜਿਹੜੇ ਟੈਂਪਰੇਰੀ ਹਸਪੀਟਲ ਸਥਾਪਿਤ ਕੀਤੇ ਗਏ ਸੀਗੇ, ਜਿਹਦੇ ਵਿੱਚ ਮਹਾਰਾਸ਼ਟਰ ਵੀ ਸ਼ਾਮਲ ਸੀਗਾ, ਵੱਡਾ ਸੂਬਾ, ਉਦੋਂ ਵੀ ਉਸ ਵੇਲੇ ਉੱਥੇ ਬਹੁਤ ਜ਼ਿਆਦਾ ਕਰੋਨਾ ਵਾਇਰਸ ਦਾ ਜ਼ੋਰ ਸੀ। ਅੱਜ ਵੀ ਹੈ। ਦਿੱਲੀ ਦੂਸਰਾ ਰਾਜ ਸੀਗਾ, ਚਲੋ ਪੂਰਨ ਰਾਜ ਨਹੀਂਗਾ, ਪਰ ਦਿੱਲੀ ਦੇ ਵਿੱਚ ਭੀੜ ਭੜੱਕਾ ਬਹੁਤ ਹੈ। ਉਦੋਂ ਉੱਥੇ ਵੀ ਟੈਂਪਰੇਰੀ ਹਸਪੀਟਲ ਜਿਹੜੇ ਉਹ ਕੇਂਦਰ ਦੀ ਸਰਕਾਰ ਨੇ ਸਥਾਪਿਤ ਕੀਤੇ ਸੀਗੇ। ਹੋਇਆ ਇਹ ਕਿ ਜਿਵੇਂ ਜਿਵੇਂ ਇਹ ਜਿਹੜੇ ਮਰੀਜ਼ ਘਟੇ ਕਰੋਨਾ ਵਾਇਰਸ ਦੇ, ਹਾਲਾਂਕਿ ਜਦੋਂ ਭਾਰਤ ਦੇ ਵਿੱਚ ਮਰੀਜ਼ ਜਿਹੜੇ ਉਹ ਘਟ ਰਹੇ ਸੀ, ਉਹ ਰਾਜਾਂ ਦੀਆਂ ਸਰਕਾਰਾਂ ਆਪਣੀ ਪਿੱਠ ਵੀ ਥਪਥਪਾ ਰਹੀਆਂ ਸੀ। ਵਿਸ਼ਵ ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਸੀਗੀਆਂ ਕਿ ਕਰੋਨਾ ਵਾਇਰਸ ਦੀ ਜਿਹੜੀ ਦੂਜੀ ਲਹਿਰ ਹੈ ਉਹ ਬੜੀ ਸਟਰੋਂਗ ਆ ਰਹੀ ਹੈ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਉਦੋਂ ਜਿਹੜੇ ਇਹ ਟੈਂਪਰੇਰੀ ਹਸਪੀਟਲ ਸਥਾਪਿਤ ਕੀਤੇ ਗਏ ਸੀਗੇ, ਕਿਸੇ ਤਰੀਕੇ ਨਾਲ ਇਹ ਚੱਲਦੇ ਰੱਖੇ ਜਾਂਦੇ ਤਾਂ ਕਿ ਜਿਹੜੀ ਕਰੋਨਾ ਵਾਇਰਸ ਦੀ ਇਹ ਦੂਜੀ ਲਹਿਰ ਹੈ ਉਹਦੇ ਨਾਲ ਨਿਠਿਆ ਜਾਂਦਾ। ਹੋਇਆ ਇਹਦੇ ਐਨ ਉਲਟ। ਇਹ ਝੱਟ ਦੇਣੀ ਆਪਣੇ ਗਲੋਂ ਗਲਾਵਾਂ ਲਾਉਣ ਦੇ ਵਾਸਤੇ ਸਾਰੇ ਜਿਹੜੇ ਟੈਂਪਰੇਰੀ ਹਸਪੀਟਲ ਬਣਾਏ ਸੀਗੇ ਉਹ ਖਤਮ ਕਰ ਦਿੱਤੇ ਗਏ ਔਰ ਅੱਜ ਉਹਨਾਂ ਹਾਲਾਤਾਂ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ। ਆਕਸੀਜਨ ਦੀ ਜਿਹੜੀ ਆ ਉਹ ਥੁੜ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਰੜਕ ਰਹੀ ਆ। ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਆਕਸੀਜਨ ਦੀ ਥੁੜ ਰੜਕ ਰਹੀ ਆ। ਮਹਾਰਾਸ਼ਟਰ ਦੇ ਵਿੱਚ ਹਾਲ ਦਵਾਈ ਮਚੀ ਹੋਈ ਆ, ਦਿੱਲੀ ਦੇ ਵਿੱਚ ਹਾਲ ਦਵਾਈ ਮਚੀ ਹੋਈ ਆ, ਜਿਹੜੀ ਪੰਜਾਬ ਦੇ ਵਿੱਚ ਆ ਉਹ ਵੀ, ਇੱਥੇ ਵੀ ਉਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਨਜ਼ਰ ਆ ਰਹੇ ਨੇ। ਕਿਉਂਕਿ ਪੰਜਾਬ ਵੀ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਆ। ਮੌਤਾਂ ਦਾ ਅੰਕੜਾ ਜਿਹੜਾ ਉਹ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਸਵਾਲ ਇਹ ਆ ਕਿ ਪਿਛਲੇ ਜਦੋਂ 1 ਸਾਲ ਪਹਿਲਾਂ ਇਹ ਕਰੋਨਾ ਵਾਇਰਸ ਆਇਆ, ਕਿਉਂਕਿ ਪਿੱਠ ਤਪਤਪਾਈ ਗਈ ਕੇਂਦਰ ਦੀ ਸਰਕਾਰ ਦੇ ਵੱਲੋਂ ਕਿ ਅਸੀਂ ਕੰਟਰੋਲ ਕਰ ਲਿਆ ਇਹਦੇ ਉੱਤੇ। ਕੰਟਰੋਲ ਕਿਵੇਂ ਹੋਇਆ ਉਹ ਵੀ ਸਭ ਨੂੰ ਜਿਹੜਾ ਉਹ ਪਤਾ। ਇੰਨਾ ਨੁਕਸਾਨ ਹੋ ਕੇ ਵੀ ਉਹਨੂੰ ਕੰਟਰੋਲ ਨਹੀਂ ਕਿਹਾ ਜਾ ਸਕਦਾ। ਹਾਂ, ਕੰਟਰੋਲ ਤਾਂ ਹੁੰਦਾ ਜੇ ਉਹਦੇ ਤੋਂ ਸਿੱਖਿਆ ਜਾਂਦਾ ਕੁਝ, ਕਿ ਜਿਹੜੇ ਪੈਸੇ ਬਾਕੀ ਚੀਜ਼ਾਂ ਦੇ ਉੱਤੇ ਜਿਹੜੇ ਉਹ ਸਪੈਂਡ ਕੀਤੇ ਗਏ ਆ ਉਹਨਾਂ ਨੂੰ ਲਾਂਭੇ ਕਰਕੇ ਹੈਲਥ ਸੇਵਾਵਾਂ ਦੇ ਉੱਤੇ ਸਪੈਂਡ ਕੀਤਾ ਜਾਂਦਾ। ਔਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੇ ਆਕਸੀਜਨ ਦੀ ਇਸ ਵੇਲੇ ਤੋੜ ਨਜ਼ਰ ਆ ਰਹੀ ਆ ਉਹਦੇ ਵਾਸਤੇ ਕੋਈ ਇੰਤਜ਼ਾਮ ਹੀ ਨਹੀਂ ਕੀਤਾ ਗਿਆ ਥਰੂ ਆਊਟ ਪੂਰੇ ਸਾਲ ਦੇ ਵਿੱਚ। ਜਿਹੜੇ ਇੱਕ ਸਟੇਡੀਅਮ ਬਣਿਆ ਗੁਜਰਾਤ ਦੇ ਵਿੱਚ, ਤੁਸੀਂ ਉਹ ਸੁਣਿਆ ਹੋਊਗਾ, ਮਟੇਰਾ ਸਟੇਡੀਅਮ ਬੜਾ ਫੇਮਸ ਸੀਗਾ, ਉਹਨੂੰ ਐਕਸਪੈਂਡ ਕਰਕੇ ਉਹਦਾ ਨਾਮ ਪ੍ਰਧਾਨ ਮੰਤਰੀ ਹੋਰਾਂ ਦੇ ਨਾਮ ਦੇ ਉੱਤੇ ਰੱਖ ਦਿੱਤਾ ਗਿਆ। 800 ਕਰੋੜ ਰੁਪਈਆ ਇਸ ਸਟੇਡੀਅਮ ਦੇ ਉੱਤੇ ਲਾਇਆ ਗਿਆ। ਇਹ ਭੁੱਲ ਕੇ ਕਿ ਜੇ ਦੂਜੀ ਲਹਿਰ ਆਉਂਦੀ ਹੈ ਤੇ ਇਹਦੇ ਵਿੱਚ ਇੰਨੇ ਲੋਕਾਂ ਦੇ ਬਹਿਣ ਦੀ ਜਗ੍ਹਾ ਤਾਂ ਬਣਾਤੀ ਤੇ ਬਹਿਣਾ ਇੱਕ ਵੀ ਨਹੀਂਗਾ। ਕਿਉਂਕਿ ਜਿਹੜੇ ਕ੍ਰਿਕਟ ਦੇ ਮੈਚ ਇਸ ਵੇਲੇ IPL ਦੇ ਵੀ ਹੋ ਰਹੇ ਉਹ ਬਿਨਾਂ ਦਰਸ਼ਕਾਂ ਤੋਂ ਹੋ ਰਹੇ ਆ, ਉਹ ਬਿਠਾਏ ਨਹੀਂ ਜਾ ਸਕਦੇ। ਜਦੋਂ ਪਿਛਲੇ ਸਾਲ ਕਰੋਨਾ ਵਾਇਰਸ ਆਇਆ ਸੀ ਉਦੋਂ ਇਹਦੇ ਵਾਇਰਸ ਦੇ ਆਉਣ ਤੋਂ ਐਨ ਪਹਿਲਾਂ ਜਦੋਂ ਇਹਦੀ ਦਸਤਕ ਦਿੱਤੀ ਜਾ ਚੁੱਕੀ ਸੀਗੀ, ਉਸ ਵੇਲੇ ਇੱਥੇ ਅਮਰੀਕਨ ਪ੍ਰੈਜ਼ੀਡੈਂਟ ਆਏ ਸੀ ਔਰ ਨਮਸਤੇ ਟਰੰਪ ਨਾਂ ਦਾ ਜਿਹੜਾ ਪ੍ਰੋਗਰਾਮ ਇੱਥੇ ਕੀਤਾ ਗਿਆ ਸੀ ਬਹੁਤ ਵੱਡਾ। ਉਦੋਂ ਵੀ ਇਸ ਗੱਲ ਨੂੰ ਲੈ ਕੇ ਆਲੋਚਨਾ ਹੋਈ ਸੀ ਕਿ ਜਦੋਂ ਇੱਕ ਪਾਸੇ ਵਾਇਰਸ ਆ ਰਿਹਾ ਤੇਜ਼ੀ ਦੇ ਨਾਲ ਤੇ ਇਹ ਸਿਆਸੀ ਜਿਹੜਾ ਉਹ ਖਲਜਗਣ ਖੜਾ ਕਰਨ ਦੀ ਕੀ ਲੋੜ ਸੀ। ਜਦੋਂ ਵਿਸ਼ਵ ਦੇ ਵਿੱਚੋਂ ਇਹ ਰਿਪੋਰਟਾਂ ਆ ਰਹੀਆਂ ਸੀਗੀਆਂ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਬੜੀ ਸਟਰੋਂਗ ਆ ਰਹੀ ਹੈ, ਉਦੋਂ ਚੋਣਾਂ ਰੱਖ ਲਈਆਂ ਗਈਆਂ 5 ਰਾਜਾਂ ਦੀਆਂ ਔਰ ਉਹ ਚੋਣਾਂ
ਦੀ ਜਿਹੜੀ ਪ੍ਰਕਿਰਿਆ ਹੈ ਉਹ ਇੰਨੇ ਫੇਜ਼ ਦੇ ਵਿੱਚ ਕੀਤੀ ਗਈ ਆਪਣੇ ਫਾਇਦੇ ਦੇ ਵਾਸਤੇ ਕਿ ਅੱਜ ਵੀ ਉਹ ਚੋਣਾਂ ਦੇ ਅਜੇ 3 ਫੇਜ਼ ਪਏ ਆ, ਜਦੋਂ ਕਿ ਕਰੋਨਾ ਵਾਇਰਸ ਸਿਖਰ ਤੇ ਆ, ਸਿਵੇ ਸੰਭਾਲੇ ਨਹੀਂ ਜਾ ਰਹੇ। ਜਿਹੜੇ ਸਿਵਿਆਂ ਦੇ ਵਿੱਚ ਕਿੰਨੇ ਇੱਕ ਜਗ੍ਹਾ ਹੁੰਦੀ ਆ ਜਿਹੜੀ ਇਹਨਾਂ ਦਾ ਅੰਤਮ ਸੰਸਕਾਰ ਕਰਨ ਦੇ ਵਾਸਤੇ, ਚਾਹੇ ਕੋਈ ਵੱਡਾ ਸ਼ਹਿਰ ਹੀ ਹੋਵੇ। ਜੇ ਤੁਸੀਂ ਬਹੁਤ ਵੱਡੇ ਸ਼ਹਿਰ ਦੇ ਵਿੱਚ ਕੁਝ ਸਿਵੇ ਦੇਖੇ ਹੋਣਗੇ, 10 12 14 15 ਹੱਦ, ਜਿਨ੍ਹਾਂ ਸਿਵਿਆਂ ਦੇ ਵਿੱਚ 40 ਡੈੱਡ ਬੋਡੀਜ਼ ਜਿਹੜੀਆਂ ਉਹ ਆ ਰਹੀਆਂ ਨੇ ਵੱਡੇ ਸ਼ਹਿਰਾਂ ਦੇ ਵਿੱਚ। ਉਹਦੇ ਵਿੱਚ ਅਹਿਮਦਾਬਾਦ ਸ਼ਾਮਲ ਹੈ, ਗੁਜਰਾਤ ਦਾ ਸ਼ਹਿਰ, ਮੱਧ ਪ੍ਰਦੇਸ਼ ਦੇ ਸ਼ਹਿਰ ਸ਼ਾਮਲ ਨੇ, ਮਹਾਰਾਸ਼ਟਰ ਦੇ ਵੱਡੇ ਸ਼ਹਿਰ ਉਹਦੇ ਵਿੱਚ ਸ਼ਾਮਲ ਨੇ। ਉੱਥੇ ਇਹ ਪਹਿਲੀ ਵਾਰੀ ਹੋ ਰਿਹਾ ਇਹੋ ਜਿਹੀ ਦੁਖਦਾਈ ਜਿਹੜਾ ਕਿ ਟੋਕਨ ਦੇ ਨਾਲ ਸੰਸਕਾਰ ਹੋ ਰਿਹਾ। ਟੋਕਨ ਦਿੱਤਾ ਜਾਂਦਾ ਕਿ ਕਿਹੜੇ ਡੈੱਡ ਬੋਡੀ ਦਾ ਕਿੰਨੇ ਵਜੇ ਜਿਹੜਾ ਉਹ ਸੰਸਕਾਰ ਹੈ, ਕਿਉਂਕਿ ਆਫਟਰ ਆਲ ਉਹ ਇੱਕ ਸਮਾਂ ਲੱਗਦਾ ਉਹਦਾ ਅੰਤਮ ਸੰਸਕਾਰ ਹੁੰਦਿਆ ਬੋਡੀ ਦਾ। ਇਹ ਤਾਂ ਹੈ ਨਹੀਂਗਾ ਕਿ ਇੱਕ ਖਤਮ ਹੋਇਆ ਤੇ ਦੂਜਾ ਉਸ ਜਗ੍ਹਾ ਦੇ ਉੱਤੇ ਸ਼ੁਰੂ ਹੋ ਜਾਊਗਾ, ਇਹ ਪੋਸੀਬਲ ਨਹੀਂਗਾ। ਇਹਦੇ ਕਰਕੇ ਜਿਹੜੀ ਉਹ ਵੇਟ 2-2 ਦਿਨ ਦੀ ਇੰਤਜ਼ਾਰ ਜਿਹੜੀ ਆ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਅੰਤਮ ਸੰਸਕਾਰ ਦੇ ਵਾਸਤੇ ਕਰਨੀ ਪੈ ਰਹੀ ਹੈ। 800 ਕਰੋੜ ਰੁਪਈਆ ਸਟੇਡੀਅਮ ਦੇ ਉੱਤੇ ਜਿਹੜਾ ਉਹ ਲਗਾਇਆ ਗਿਆ। ਇੱਕ ਪਾਰਲੀਮੈਂਟ ਜਿਹੜੀ ਆ ਉਹ ਨਵੀਂ ਬਣਾਈ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਇੱਕ ਬਹੁਤ ਵੱਡਾ ਜਿਹੜਾ ਦੀ ਇੱਕ ਬਿਲਡਿੰਗ ਜਿਹੜੀ ਐਸੀ ਖੜੀ ਕੀਤੀ ਜਾਊਗੀ ਜਿਹਨੂੰ ਯਾਦ ਰੱਖਿਆ ਜਾਊਗਾ, ਔਰ ਇਹਦੇ ਉੱਤੇ 922 ਕਰੋੜ ਰੁਪਈਆ ਇਸ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਉੱਤੇ ਜਿਹੜਾ ਉਹ ਲੱਗ ਰਿਹਾ। ਔਰ ਇਹ 922 ਕਰੋੜ ਰੁਪਈਆ ਜਿਹੜਾ ਉਹ ਵਧਿਆ, ਔਰ ਜਿਹੜੀ ਇਹ ਜਿਹੜੀ 20,000 ਕਰੋੜ ਰੁਪਈਆ ਜਿਹੜੀ ਆ ਉਹ ਇਹਦੇ ਉੱਤੇ ਟੋਟਲ ਜਿਹੜਾ ਉਹ ਲੱਗਣਾ ਇਸ ਬਿਲਡਿੰਗ ਦੇ ਉੱਤੇ। ਪਹਿਲਾਂ ਜਿਹੜਾ 776 ਕਰੋੜ ਰੁਪਈਆ ਜਿਹੜਾ ਸੀਗਾ ਦੀ ਉਹ ਲੱਗਣਾ ਸੀਗਾ ਜਿਹੜੇ ਪਹਿਲੇ ਫੇਜ਼ ਦੇ ਵਿੱਚ, ਪਰ ਇਹਨੂੰ ਫਿਰ ਵਧਾਇਆ ਗਿਆ, ਇਹ 922 ਕਰੋੜ ਰੁਪਈਆ ਜਿਹੜਾ ਉਹ ਹੋ ਗਿਆ। ਤੇ ਜਿਹੜੀ ਇੱਕ ਸਟੈਚੂ ਲਾਇਆ ਗਿਆ ਸੀਗਾ ਸਰਦਾਰ ਪਟੇਲ ਹੋਰਾਂ ਦੀ ਮੂਰਤੀ, ਔਰ ਇਹਦੇ ਉੱਤੇ ਜਿੰਨਾ ਜਿਹੜਾ ਉਹ ਪੈਸਾ ਲੱਗਿਆ 2000 ਕਰੋੜ ਰੁਪਈਏ ਤੋਂ ਉੱਪਰ ਇਹਦੇ ਉੱਤੇ ਪੈਸਾ ਲੱਗਿਆ, ਜਿਹੜਾ ਕਿ 27 ਬਿਲੀਅਨ ਜਿਹੜਾ ਉਹ ਤਕਰੀਬਨ ਇਹ ਕਿਹਾ ਜਾ ਰਿਹਾ। ਔਰ ਇਹ ਜਿਹੜੀ ਮੂਰਤੀ ਸਥਾਪਿਤ ਕੀਤੀ ਗਈ, ਇਹ ਕਿਹਾ ਗਿਆ ਕਿ ਵਰਲਡ ਦੀ ਸਭ ਤੋਂ ਵੱਡੀ ਮੂਰਤੀ ਹੈ ਉਸ ਮੁਲਕ ਦੇ ਵਿੱਚ ਜਿੱਥੇ ਆਕਸੀਜਨ ਦੇ ਵਾਸਤੇ ਅੱਜ ਹਸਪਤਾਲਾਂ ਨੂੰ ਜੂਝਣਾ ਪੈ ਰਿਹਾ। ਹਸਪਤਾਲ ਕਿੱਥੇ, ਢਾਂਚਾ ਜਿਹੜਾ ਉਹ ਹਸਪਤਾਲਾਂ ਦਾ ਉਹ ਕੰਪਲੀਟ ਡੋਲ ਗਿਆ। ਜਿਹੜੇ ਟੈਂਪਰੇਰੀ ਹਸਪੀਟਲ ਖੜੇ ਕੀਤੇ ਸੀਗੇ ਉਹ ਵੀ ਤਕਰੀਬਨ ਚੁੱਕ ਦਿੱਤੇ ਗਏ, ਉਹ ਖਤਮ ਕਰ ਦਿੱਤੇ ਗਏ। ਹੁਣ ਦੁਬਾਰਾ ਤੋਂ ਫੇਰ ਜਿਹੜਾ ਜੀ ਤੁਸੀਂ ਦੇਖੋ ਕਿ ਜੇ ਇੱਕ ਤੁਸੀਂ ਟੈਂਪਰੇਰੀ ਢਾਂਚਾ ਜਿਹੜਾ ਉਹ ਖੜਾ ਕਰ ਲਿਆ, ਉਹਨੂੰ ਘੱਟੋ ਘੱਟ ਤੁਸੀਂ 1 ਸਾਲ ਤਾਂ ਉਡੀਕੋ। ਵਿਸ਼ਵ ਦੀਆਂ ਖਬਰਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਕਿ ਵਿਸ਼ਵ ਦੇ ਵਿੱਚ ਦੂਸਰੀ ਜਿਹੜੀ ਲਹਿਰ ਹੈ ਕਰੋਨਾ ਦੀ ਉਹ ਤੇਜ਼ੀ ਦੇ ਨਾਲ ਆ ਰਹੀ ਹੈ। ਨਹੀਂ, ਉਹ ਵੀ ਇਹਦਾ ਬਰਡਨ ਨਾ ਕਿਤੇ ਰਹਿ ਜਾਏ, ਛੇਤੀ ਦੇਣੀ ਇਸ ਬਰਡਨ ਨੂੰ ਲਾ ਦਿਓ। ਇਹੀ ਹਾਲਾਤ ਪੰਜਾਬ ਦੇ ਬਣੇ। ਪੰਜਾਬ ਦੇ ਵਿੱਚ ਵੀ ਟੈਂਪਰੇਰੀ ਜਿਹੜੇ ਹਸਪੀਟਲ ਸੀ ਉਹ ਖੜੇ ਕੀਤੇ ਗਏ। ਸਕੂਲਾਂ ਨੂੰ ਜਿਹੜਾ ਸੀਗਾ ਉਹ ਹਸਪੀਟਲਾਂ ਦੇ ਵਿੱਚ ਤਬਦੀਲ ਕੀਤਾ ਗਿਆ। ਜਿਹੜੀਆਂ ਵੱਡੀਆਂ ਬਿਲਡਿੰਗਸ ਸੀਗੀਆਂ ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਤਬਦੀਲ ਕੀਤਾ ਗਿਆ। ਜਿਹੜੇ ਉਦੋਂ 1000 ਰੁਪਈਆ ਦਿਹਾੜੀ ਦੇ ਉੱਤੇ ਰੱਖੇ ਗਏ ਸਿਹਤ ਕਾਮੇ, 3000 ਰੁਪਈਆ ਦਿਹਾੜੀ ਦੇ ਉੱਤੇ ਰੱਖੇ ਗਏ ਡਾਕਟਰ, ਔਰ ਇਹ ਰੱਖੇ ਗਏ ਸੀਗੇ ਮਈ ਦੇ ਵਿੱਚ ਪਿਛਲੇ ਸਾਲ। ਅਕਤੂਬਰ ਦੇ ਵਿੱਚ ਇਹਨਾਂ ਨੂੰ ਰਾਤ ਨੂੰ ਇਹ ਕਹਿ ਦਿੱਤਾ ਗਿਆ ਵੀ ਸਵੇਰ ਤੋਂ ਤੁਸੀਂ ਕੰਮ ਤੇ ਨਹੀਂ ਆਉਣਾ, ਮਤਲਬ ਕਿ ਸਾਰਾ ਕੁਝ ਠੀਕ ਹੋ ਗਿਆ। ਇਹਦਾ ਕਹਿਣ ਦਾ ਭਾਵ ਇਹੀ ਸੀਗਾ। ਸਿਹਤ ਕਾਮੇ ਜਿਨ੍ਹਾਂ ਦੇ ਵਿੱਚ ਜਿਹੜੇ ਲੈਬ ਟੈਕਨੀਸ਼ੀਅਨ ਵੀ ਸੀਗੇ, ਜਿਹਦੇ ਵਿੱਚ ਨਰਸਿਸ ਵੀ ਸੀਗੀਆਂ, ਉਹ ਸਾਰਿਆਂ ਨੂੰ ਘਰੋਂ ਘਰੀ ਤੋੜ ਦਿੱਤਾ ਗਿਆ। ਇਸ ਗੱਲ ਦੀ ਇੰਤਜ਼ਾਰ ਕੀਤੇ ਤੋਂ ਬਿਨਾਂ ਕਿ ਜੇ ਦੂਸਰੀ ਲਹਿਰ ਆ ਗਈ ਤੇ ਫਿਰ ਉਹਦਾ ਟੱਕਰਾ ਕਿਵੇਂ ਕਰਨਾ, ਉਹਨਾਂ ਨੂੰ ਘਰੇ ਤੋੜ ਕੇ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਸੀਗੀਆਂ ਉਹਦੀ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ। ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਕਿੰਨੇ ਲੋਕ ਜਿਹੜੇ ਸੀਗੇ ਉਹ ਇਸ ਕਰੋਨਾ ਵਾਇਰਸ ਤੋਂ ਪੀੜਤ ਹੋਏ, ਇਹਦਾ ਅੰਕੜਾ ਦੇਖਣਾ ਹੋਵੇ ਤਾਂ ਉਦੋਂ ਤੋਂ ਹੀ ਜ਼ਿਆਦਾ ਜਿਹੜਾ ਉਹ ਆਉਣਾ ਸ਼ੁਰੂ ਹੋਇਆ। ਸਿਹਤ ਕਾਮੇ ਤੁਸੀਂ ਘਰੇ ਤੌਰ 'ਤੇ, ਟੈਂਪਰੇਰੀ ਹਸਪੀਟਲ ਮੈਂ ਪੰਜਾਬ ਦੀ ਗੱਲ ਕਰ ਰਿਹਾ, ਉੱਥੇ ਤੁਸੀਂ ਖਤਮ ਕਰਤੇ। ਅੱਜ ਤੁਸੀਂ ਲੋਕਾਂ ਦੇ ਪਿੱਛੇ ਡਾਂਗ ਲੈ ਕੇ ਪੈ ਗਏ ਕਿ ਜੇ ਮਾਸਕ ਨਹੀਂ ਪਾਇਆ ਇਹਦਾ ਕੱਟੋ ਚਲਾਣ। ਜਿਹੜਾ ਇੱਥੇ ਹੋ ਸਕਦਾ ਕਿ ਇੱਥੇ ਵੀ ਲੋਕਡਾਊਨ ਜਿਹੜਾ ਉਹ ਆਉਂਦੇ ਦਿਨਾਂ ਦੇ ਦੌਰਾਨ ਲੱਗ ਜਾਵੇ। ਜਿਸ ਤਰੀਕੇ ਦੇ ਨਾਲ ਲੋਕਡਾਊਨ ਵੱਖ-ਵੱਖ ਰਾਜਾਂ ਦੇ ਵਿੱਚ ਆ ਰਿਹਾ, ਦਿੱਲੀ ਦੇ ਵਿੱਚ ਲੋਕਡਾਊਨ ਲੱਗ ਗਿਆ, ਹੋ ਸਕਦਾ ਇੱਥੇ ਪੰਜਾਬ ਦੇ ਵਿੱਚ ਵੀ ਉਹਦੀ ਵਾਪਸੀ ਹੋਵੇ। ਲੋਕਡਾਊਨ ਲਾ ਕੇ ਜਿੰਨੀਆਂ ਇਹ ਸਿਹਤ ਸਹੂਲਤਾਂ ਨੇ ਉਹਨਾਂ ਤੋਂ ਧਿਆਨ ਜਿਹੜਾ ਉਹ ਡਾਈਵਰਟ ਕੀਤਾ ਜਾ ਰਿਹਾ। ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਰਕਾਰੀ ਹਸਪੀਟਲ ਨੇ ਉਹਨਾਂ ਦੇ ਵਿੱਚ ਆਕਸੀਜਨ ਗੈਸ ਦੀ ਜਿਹੜੀ ਆ ਉਹ ਕਮੀ ਪਾਈ ਜਾ ਰਹੀ ਹੈ।
ਦੋ ਸਰਕਾਰੀ ਤੌਰ ਦੇ ਉੱਤੇ ਆਕਸੀਜਨ ਪਲਾਂਟ ਜਿਹੜੇ ਜੀ ਉਹ ਚੱਲਦੇ ਸੀਗੇ ਇੱਥੇ, ਇੱਕ ਰਜਿੰਦਰਾ ਹਸਪੀਟਲ ਪਟਿਆਲੇ ਦੇ ਵਿੱਚ ਤੇ ਇੱਕ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਵਾਲਾ ਜਿਹੜਾ ਉਹ ਦੇਰ ਤੋਂ ਬੰਦ ਹੈ, ਉਹ ਚੱਲ ਨਹੀਂ ਰਿਹਾ। ਕਿਹੜੀਆਂ ਚੀਜ਼ਾਂ ਦੀ ਵਜ੍ਹਾ ਕਰਕੇ ਨਹੀਂ ਚੱਲਦਾ ਹੁੰਦਾ ਤੁਹਾਨੂੰ ਸਭ ਨੂੰ ਜਿਹੜਾ ਜੀ ਉਹ ਪਤਾ। ਇੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਚੱਲਦਾ ਸੀਗਾ, 6 ਮਹੀਨੇ ਦਾ ਸਮਾਂ ਹੋ ਗਿਆ, ਤਕਰੀਬਨ ਦਸੰਬਰ ਤੋਂ ਇਹ ਵੀ ਬੰਦ ਹੈ। ਇੱਥੇ ਪ੍ਰਾਈਵੇਟ ਸਪਲਾਇਰ ਜਿਹੜਾ ਉਹ ਸਿਲੰਡਰ ਦੇ ਰੂਪ ਦੇ ਵਿੱਚ ਸਪਲਾਈ ਜਿਹੜੀ ਇੱਥੇ ਦੇ ਰਿਹਾ। ਇਟ ਮੀਨਸ ਕਿ ਦੋ ਮੇਨ ਵੱਡੇ ਸ਼ਹਿਰ ਸੀਗੇ ਤੇ ਸਰਕਾਰੀ ਹਸਪੀਟਲਾਂ ਦੇ ਵਿੱਚ, ਬਾਕੀ ਜਗ੍ਹਾ ਦੇ ਉੱਤੇ ਵੀ ਜੋ ਕੁਝ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ, ਲੁਧਿਆਣੇ ਦੇ ਵਿੱਚ 2 ਜਗ੍ਹਾ ਦੇ ਉੱਤੇ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਲਾਕਡਾਊਨ ਲੱਗਿਆ। ਉੱਥੇ ਵੈਂਟੀਲੇਟਰ ਸਿਸਟਮ ਕਿੰਨੇ ਨੇ, ਆਕਸੀਜਨ ਦਾ ਕਿੰਨਾ ਪ੍ਰਬੰਧ ਹੈ, ਇਹਦਾ ਕੋਈ ਜਵਾਬ ਦੇਣ ਦੇ ਵਾਸਤੇ ਤਿਆਰ ਨਹੀਂ। ਮੈਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਚੀਜ਼ਾਂ ਮੰਗਣੀਆਂ ਚਾਹੀਦੀਆਂ ਸੀ ਲੋਕਾਂ ਨੇ ਕਦੀ ਨਹੀਂ ਉਹ ਮੰਗੀਆਂ। ਸਿਆਸਤਦਾਨਾਂ ਨੇ ਕਿੱਥੋਂ ਆਪਣੇ ਆਪ ਜਿਹੜੀਆਂ ਉਹ ਦੇਣੀਆਂ ਸੀ। ਮੈਡੀਕਲ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਛੋਟੇ ਛੋਟੇ ਸੂਬੇ ਪੰਜਾਬ ਤੋਂ ਕਿਤੇ ਅੱਗੇ ਨਿਕਲ ਗਏ। ਐਤਕੀ ਬਜਟ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਇਹ ਆਖਿਆ ਗਿਆ ਕਿ ਅਸੀਂ ਕੋਈ ਮੈਡੀਕਲ ਕਾਲਜ ਜਿਹੜੇ ਬਣਾਵਾਂਗੇ ਔਰ ਇਸ ਕਰਕੇ ਹੁਣ ਕਿਉਂਕਿ ਅਖੀਰਲਾ ਵਰ੍ਹਾ ਕਿਤੇ ਸਰਕਾਰ ਨੇ ਉਸ ਪਾਸੇ ਵੱਲ ਸਟੈਪ ਲੈਣਾ। ਇਹ ਜਿਹੜਾ ਬਜਟ ਸੀਗਾ ਇਹਦੇ ਵਿੱਚ ਸਿਹਤ ਸੇਵਾਵਾਂ ਨੂੰ ਮੁੱਖ ਰੱਖ ਕੇ ਜਿਹੜੇ ਸਿਹਤ ਕਾਮੇ ਹਾਇਰ ਕੀਤੇ ਸੀਗੇ ਉਸ ਵੇਲੇ ਉਹਨਾਂ ਨੂੰ ਅੱਗੋਂ ਰੱਖਣ ਦੀ ਗੱਲ ਕੀਤੀ ਜਾਂਦੀ ਤੇ ਸਮਝ ਆਉਂਦਾ ਵੀ ਪੰਜਾਬ ਦੇ ਲੋਕਾਂ ਦਾ ਕੁਝ ਫਿਕਰ ਕੀਤਾ ਜਾ ਰਿਹਾ। ਆਕਸੀਜਨ ਦੇ ਜਿਹੜੇ ਪਲਾਂਟ ਬੰਦ ਹੋ ਗਏ ਇਹਨਾਂ ਨੂੰ ਚਾਲੂ ਰੱਖਣ ਦੇ ਵਾਸਤੇ ਕੁਝ ਇੰਤਜ਼ਾਮ ਕੀਤਾ ਜਾਂਦਾ ਤਾਂ ਸਮਝ ਆਉਂਦਾ ਕਿ ਲੋਕਾਂ ਦੀਆਂ ਸਿਹਤ ਸੇਵਾਵਾਂ ਦੀ ਕੋਈ ਫਿਕਰਮੰਦੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਕੋਈ ਫਿਕਰਮੰਦੀ ਜਿਹੜੀ ਸੀਗੀ ਉਹ ਇਸ ਬਜਟ ਦੇ ਵਿੱਚ ਨਹੀਂ ਵੇਖਣ ਨੂੰ ਮਿਲੀ। ਸੋ ਹਾਲਾਤ ਜਿਹੜੇ ਨੇ ਉਹ ਮੁਲਕ ਦੇ ਵੀ ਇਸ ਸੈਕੰਡ ਲਹਿਰ ਦੇ ਨਾਲ ਬੜੇ ਗੰਭੀਰ ਹੁੰਦੇ ਜਾ ਰਹੇ ਨੇ। ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਵੀ ਹਾਲਾਤ ਜਿਹੜੇ ਨੇ ਉਹ ਗੰਭੀਰ ਹੁੰਦੇ ਤੁਰੇ ਜਾ ਰਹੇ ਨੇ। ਲੋਕਾਂ ਨੂੰ ਆਪਣੇ ਤੌਰ ਦੇ ਉੱਤੇ ਹੀ ਆਪਣੀ ਰਾਖੀ ਜਿਹੜੀ ਉਹ ਕਰਨੀ ਪਊਗੀ। ਕਿਉਂਕਿ ਲੋਕਾਂ ਨੇ ਨਾ ਕਦੀ ਇਹਨਾਂ ਚੀਜ਼ਾਂ ਦੇ ਵਾਸਤੇ ਪੁੱਛਿਆ, ਨਾ ਇਹਨਾਂ ਚੀਜ਼ਾਂ ਦੇ ਵਾਸਤੇ ਕਦੀ ਮੰਗਿਆ। ਗੁਰਬਾਣੀ ਜਿਹੜੀ ਆ ਉਹਦਾ ਕਥਨ ਹੈ ਕਿ ਜਿਹੜੇ ਲੱਭੇ ਦਾਖ ਬਜੌਰੀਆਂ ਕਿੱਕਰ ਬੀਜਾ ਜੱਟ। ਕਿੱਕਰ ਬੀਜ ਕੇ ਉਹਦੇ ਤੋਂ ਦਾਖ ਬਜੌਰੀਆਂ ਤਾਂ ਉਹਨੂੰ ਲੱਗਣੀਆਂ ਨਹੀਂ। ਜਿਸ ਤਰੀਕੇ ਦੇ ਜਿਹੜੇ ਉਹ ਹਾਕਮ ਚੁਣਦੇ ਰਹੇ ਉਹਨਾਂ ਨੇ ਉਸ ਤਰੀਕੇ ਦਾ ਇੰਤਜ਼ਾਮ ਕਰਕੇ ਤੁਹਾਨੂੰ ਜਿਹੜਾ ਉਹ ਦੇ ਦਿੱਤਾ। ਸਰਕਾਰੀ ਹਸਪੀਟਲਾਂ ਦਾ ਇਹਦਾ ਭੋਰਾ ਵੀ ਦੋਸ਼ ਨਹੀਂ। ਸਰਕਾਰੀ ਹਸਪੀਟਲ ਜਿਹੜੇ ਨੇ ਜਿੰਨਾ ਕੁ ਉਹਨਾਂ ਦਾ ਢਾਂਚਾ ਹੈ ਉਸ ਤਰੀਕੇ ਨਾਲ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਕਿਸੇ ਡਾਕਟਰ ਨੇ ਆਕਸੀਜਨ ਤਾਂ ਘਰੋਂ ਲਿਆ ਕੇ ਨਹੀਂ ਦੇ ਦੇਣੀ। ਡਾਕਟਰਾਂ ਨੇ ਇਕੱਠੇ ਹੋ ਕੇ ਪੈਸੇ ਪਾ ਕੇ ਤਾਂ ਆਕਸੀਜਨ ਦਾ ਪਲਾਂਟ ਨਹੀਂ ਲਾ ਲੈਣਾ। ਡਾਕਟਰਾਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਵੈਂਟੀਲੇਟਰ ਤਾਂ ਨਹੀਂ ਲੈ ਆਉਣੇ। ਇਹ ਤਾਂ ਸਰਕਾਰਾਂ ਦਾ ਜਿਹੜਾ ਉਹ ਕੰਮ ਸੀਗਾ। ਅੱਜ ਜਿਹੜੇ ਹਾਲਾਤ ਨੇ ਬੜੇ ਗੰਭੀਰ ਹੁੰਦੇ ਤੁਰੇ ਜਾ ਰਹੇ ਨੇ। ਜਿੱਥੇ ਦੇਸ਼ ਦਾ ਸਿਹਤ ਢਾਂਚਾ ਇਸ ਵੇਲੇ ਬੁਰੇ ਤਰੀਕੇ ਦੇ ਨਾਲ ਡੋਲ ਰਿਹਾ ਔਰ ਅਸਲੀਅਤ ਸਾਹਮਣੇ ਆ ਰਹੀ ਹੈ, ਉੱਥੇ ਪੰਜਾਬ ਵਰਗਾ ਸੂਬਾ ਜਿਹੜਾ ਭੋਰਾਕ ਹੈ ਔਰ ਇੱਥੇ ਮੌਤਾਂ ਦੀ ਗਿਣਤੀ ਜਿਹੜੀ ਉਹ 50+ ਤੁਰੀ ਜਾ ਰਹੀ ਹੈ। 60, 62, 63 ਤੱਕ ਜਿਹੜੀ ਉਹ ਜਾ ਰਹੀ ਹੈ। ਪਰ ਸਰਕਾਰ ਨੇ ਅਜੇ ਤੱਕ ਇੱਦਾਂ ਦਾ ਕੋਈ ਐਲਾਨ ਨਹੀਂ ਕੀਤਾ ਕਿ ਉਹ ਸਿਹਤ ਕਾਮੇ ਜਿਹੜੇ ਕੱਢ ਦਿੱਤੇ ਸੀਗੇ ਉਹਨਾਂ ਨੂੰ ਉਹ ਰੱਖੂਗੀ ਔਰ 2 ਮਹੀਨੇ ਬਾਅਦ ਮੁੜ ਕੇ ਫਿਰ ਘਰੇ ਨਹੀਂ ਤੋੜ ਦੂਗੀ। ਇੱਦਾਂ ਦਾ ਕੋਈ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਹੈਗਾ। ਆਕਸੀਜਨ ਦੇ ਬਾਰੇ ਸੈਂਟਰ ਤੋਂ ਮੰਗ ਜਿਹੜੀ ਆ ਉਹ ਕੀਤੀ ਗਈ ਆ, ਪਰ ਸਵਾਲ ਇਹ ਆ ਕਿ ਘੋਕ ਕੇ ਦੇਖਿਓ ਭਲਾ, ਥੋੜ੍ਹੀ ਜਿਹੀ ਮਿਹਨਤ ਤੁਸੀਂ ਵੀ ਕਰਿਓ ਕਿ 10 ਸਾਲਾਂ ਦੇ ਵਿੱਚ ਕਿੰਨੇ ਆਕਸੀਜਨ ਦੇ ਪਲਾਂਟ ਜਿਹੜੇ ਨੇ ਉਹ ਸਰਕਾਰ ਨੇ ਲਾਏ ਨੇ, ਚਾਹੇ ਉਹ ਕੇਂਦਰ ਦੀ ਹੈ ਤੇ ਚਾਹੇ ਉਹ ਪੰਜਾਬ ਦੀ ਜਿਹੜੀ ਉਹ ਸਰਕਾਰ ਹੈ, ਇੱਕ ਵੀ ਨਹੀਂ। ਔਰ ਜਿਹੜੇ ਚੱਲਦੇ ਸੀਗੇ ਉਹ ਕਿਉਂ ਬੰਦ ਹੋ ਗਏ ਉਹ ਸਭ ਨੂੰ ਪਤਾ ਕਿ ਕਿਉਂ ਇਹ ਬੰਦ ਕੀਤੇ ਜਾਂਦੇ ਨੇ। ਉਹ ਪ੍ਰਾਈਵੇਟ ਜਿਹੜੇ ਨੇ ਸਾਰੇ ਕਰਦੇ ਨੇ ਕਿ ਪ੍ਰਾਈਵੇਟ ਆਪੇ ਲਿਆ ਕੇ ਜਿਹੜਾ ਦੀ ਉਹ ਸਿਲੰਡਰ ਦੇ ਦੇਣਗੇ ਔਰ ਤੁਸੀਂ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਾ ਕੇ ਐਜ਼ ਸੂਨ ਐਂਟਰ ਕੀਤੇ ਉਹਨਾਂ ਦਾ ਮੀਟਰ ਜਿਹੜਾ ਜੀ ਉਹ ਚੱਲਣਾ ਸ਼ੁਰੂ ਹੋ ਜਾਣਾ। ਜੇ ਅਜੇ ਵੀ ਕੁਝ ਸੋਚਦੇ ਹੋ ਤਾਂ ਘੱਟੋ ਘੱਟ ਇਸ ਪਾਸੇ ਵੱਲ ਸੋਚੋ ਕਿ ਇਸ ਮਹਾਮਾਰੀ ਤੋਂ ਬਾਅਦ ਨਾ ਮਹਾਮਾਰੀਆਂ ਮੁੱਕ ਜਾਣੀਆਂ ਨਾ ਬਿਮਾਰੀਆਂ ਮੁੱਕ ਜਾਣੀਆਂ। ਸਿਆਸਤਦਾਨਾਂ ਨੇ ਇੱਥੇ ਹੀ ਰਹਿਣਾ ਕਿ ਇਹਨਾਂ ਦੇ ਪਿੱਛੇ ਲੱਗ ਕੇ ਜਿੰਦਾਬਾਦ ਮੁਰਦਾਬਾਦ ਜਾਂ ਧਾਰਮਿਕ ਜਿਹੜੀਆਂ ਚੀਜ਼ਾਂ ਨੇ ਉਹਦੇ ਪਿੱਛੇ ਲੱਗ ਕੇ ਹੀ ਤੁਸੀਂ ਜਿਹੜਾ ਜੀ ਇਹ ਵੋਟਾਂ ਪਾਉਣੀਆਂ ਨੇ, ਜਾਂ ਫਿਰ ਹਸਪਤਾਲਾਂ ਦੇ ਵਾਸਤੇ ਜਾਂ ਸਕੂਲਾਂ ਦੇ ਵਾਸਤੇ ਤੁਸੀਂ ਕੁਝ ਫਿਊਚਰ ਦੇ ਵਾਸਤੇ ਜਿਹੜਾ ਉਹ ਸੋਚਣਾ। ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਬੈਲ ਆਈਕਨ ਦਾ ਬਟਨ ਹੈ ਉਹਨੂੰ ਤੁਸੀਂ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਅਗਲੀ ਵੀਡੀਓ ਆਉਣ ਦਾ ਤੁਹਾਨੂੰ ਜਿਹੜਾ ਉਹ ਨੋਟੀਫਿਕੇਸ਼ਨ ਮਿਲ ਸਕੇ। ਧੰਨਵਾਦ। ਸਤਿ ਸ਼੍ਰੀ ਅਕਾਲ।